ਦੇ ਵਿੱਚ ਇਸ਼ਨਾਨ ਕਰਕੇ, ਮਨ ਦਾ ਇਸ਼ਨਾਨ ਕਰਵਾ ਕੇ ਆਪਣੇ ਹਿਰਦੇ ਵਿੱਚ ਟਿਕ ਗਏ ਹਾਂ, ਜਿਸ ਦੇ ਕਾਰਨ ਹੀ ਸਾਨੂੰ ਆਨੰਦ, ਮੰਗਲ, ਸੁੱਖ ਪਾਏ, ਬਹੁਤ ਪ੍ਰਕਾਰ ਦੇ ਸਹਿਜ, ਸ਼ਾਂਤੀ ਤੇ ਸਕੂਨ ਪ੍ਰਾਪਤ ਹੋ ਗਿਆ। ਗੁਰੂ ਸਾਹਿਬਾਨ ਜੋ ਕਹਿਣਾ ਚਾਹੁੰਦੇ ਨੇ, ਅਸਲ ਵਿੱਚ ਬੰਦਾ ਆਪਣੀ ਮੈਂ ਨੂੰ ਮਾਰ ਕੇ ਹੀ ਨਾ ਸਹਿਜ ਦੇ ਵਿੱਚ ਆ ਸਕਦਾ। ਤੁਸੀਂ ਇੱਕ ਗੱਲ ਖਿਆਲ ਕਰਨਾ, ਬੜੀ ਬਰੀਕ ਆ ਇਹ। ਜਦੋਂ ਆਪਾਂ ਜਿਸ ਜਗ੍ਹਾ ਤੇ ਜਾਂਦੇ ਹਾਂ ਜਾਂ ਕਿਸੇ ਨੂੰ ਸੁਣਦੇ ਹਾਂ, ਜੇ ਤੁਹਾਨੂੰ ਸਕੂਨ ਮਿਲਦਾ ਕਿਸੇ ਚੀਜ਼ ਨੂੰ ਵੇਖ ਕੇ, ਤਾਂ ਤੁਹਾਨੂੰ ਤੁਹਾਡੀ ਉਦੋਂ ਮੈਂ ਭੁੱਲਦੀ ਹੁੰਦੀ ਹੈ, ਤੁਹਾਨੂੰ ਆਪਦੇ ਆਪ ਦਾ ਚੇਤਾ ਨਹੀਂ ਹੁੰਦਾ। ਜਿਸ ਦਿਨ ਤੁਹਾਨੂੰ ਆਪਣੇ ਆਪ ਦਾ ਚੇਤਾ ਹੁੰਦਾ, ਉਦੋਂ ਤੁਸੀਂ ਚਿੰਤਾ 'ਚ ਹੁੰਦੇ ਹੋ, ਉਦੋਂ ਗਿਲਿਆਂ 'ਚ ਹੁੰਦੇ ਹੋ। ਜਦੋਂ ਤੁਹਾਨੂੰ ਆਪਣਾ ਆਪ ਭੁੱਲ ਜਾਂਦਾ, ਜਿਵੇਂ ਸ਼ਰਾਬੀ ਨੂੰ ਸ਼ਰਾਬ ਪੀ ਕੇ ਨਾ ਆਪਦੀ ਮੈਂ ਭੁੱਲ ਜਾਂਦੀ ਹੈ ਵੀ ਮੈਂ ਕੌਣ ਹਾਂ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਤਾਂ ਵਾਰ-ਵਾਰ ਪੀਂਦਾ, ਉਹ ਸ਼ਾਮ ਨੂੰ ਪੀਂਦਾ, ਉਹਨੂੰ ਆਪਦੀਆਂ ਚਿੰਤਾਵਾਂ, ਗਾਵਾਂ ਜਿਹੜੇ ਕੁਝ ਦੇਰ ਲਈ ਭੁੱਲਦੇ ਨੇ। ਪਾਤਸ਼ਾਹ ਜੀ ਕਹਿੰਦੇ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਉਹ ਕੁਝ ਸਮੇਂ ਲਈ ਹੁੰਦਾ ਉਹਨੂੰ, ਵੀ ਸ਼ਾਮ ਨੂੰ ਉਹਨੇ ਪੀਤੀ ਤੇ ਸੁਬਾਹ ਤੱਕ ਉਹਨੂੰ ਆਪਦੀ ਮੈਂ ਆ ਜਿਹੜੀ ਚੇਤੇ ਨਹੀਂ ਰਹਿੰਦੀ। ਮੈਂ ਦੇ ਵਿੱਚ ਹੀ ਚਿੰਤਾਵਾਂ ਸਨ, ਮੈਂ ਦੇ ਵਿੱਚ ਹੀ ਝੋਰੇ ਸਨ। ਤਾਂ ਕਰਕੇ ਉਹ ਵਾਰ-ਵਾਰ ਪੀਣ ਦਾ ਕਾਰਨ ਕੀ ਹੋ ਜਾਂਦਾ, ਉਹ ਆਪਦੀਆਂ ਚਿੰਤਾਵਾਂ ਨੂੰ ਭੁਲਾਉਣਾ ਚਾਹੁੰਦਾ। ਥਕਾਵਟ ਜਿਹੜੀ ਇੱਕ ਮਾਨਸਿਕ ਥਕਾਵਟ ਹੁੰਦੀ ਹੈ, ਇੱਕ ਸਰੀਰਕ ਹੁੰਦੀ ਹੈ, ਇੱਕ ਦਿਮਾਗ ਦੀ ਥਕਾਵਟ ਹੁੰਦੀ ਹੈ। ਬੰਦਾ ਸੋਚ ਸੋਚ ਕੇ ਥੱਕ ਜਾਂਦਾ, ਉਹ ਦੂਰ ਕਰਨ ਲਈ ਉਹ ਡਰਿੰਕ ਕਰਦਾ, ਅਲਕੋਹਲ ਦਾ ਸੇਵਨ ਕਰਦਾ, ਸ਼ਰਾਬ ਪੀਂਦਾ। ਫਿਰ ਅਗਲੇ ਦਿਨ ਉਹਨੂੰ ਫਿਰ ਲੋੜ ਪੈ ਜਾਂਦੀ ਹੈ, ਉਹਨੂੰ ਫਿਰ ਯਾਦ ਆ ਜਾਂਦੀਆਂ ਆਪਦੀਆਂ ਚਿੰਤਾਵਾਂ, ਫਿਰ ਸ਼ਾਮ ਨੂੰ ਫਿਰ ਪੀਂਦਾ। ਗੁਰੂ ਪਾਤਸ਼ਾਹ ਜੀ ਕਹਿੰਦੇ, ਦੇਖੋ ਜਦੋਂ ਵੀ ਤੁਹਾਨੂੰ ਤੁਹਾਡੀ ਮੈਂ ਭੁੱਲਦੀ ਆ ਨਾ, ਉੱਥੇ ਤੁਹਾਨੂੰ ਇਉਂ ਲੱਗਣ ਲੱਗ ਜਾਂਦਾ ਵੀ ਮੈਂ ਇੱਥੇ ਸੁਖੀ ਹਾਂ। ਕਈ ਵਾਰੀ ਟੀਵੀ ਵੇਖਦੇ ਹੁੰਦੇ ਆ ਨਾ, ਤੇ ਮੂਵੀ ਚੱਲਦੀ ਹੁੰਦੀ ਆ, ਤੇ ਆਪਾਂ ਉਹ ਕਰੈਕਟਰ ਹੀ ਹੋ ਜਾਂਦੇ ਆ ਜਿਹੜੇ ਪਰਦੇ ਦੇ ਉੱਪਰ ਚੱਲ ਰਹੇ ਹੁੰਦੇ ਨੇ। ਆਪਾਂ ਨੂੰ ਆਪਦਾ ਆਪ ਨਹੀਂ ਚੇਤੇ ਹੁੰਦਾ, ਆਪਾਂ ਫਿਲਮ ਨੂੰ ਦੇਖਦੇ ਦੇਖਦੇ ਮੂਵੀ ਉਹਦਾ ਰੂਪ ਹੀ ਹੋ ਜਾਂਦੇ ਆ। ਉਦੋਂ ਆਪਦੇ ਬਾਰੇ ਚੇਤਾ ਹੀ ਨਹੀਂ ਹੁੰਦਾ ਵੀ ਮੈਂ ਸਰੀਰ ਹੈਗਾ ਕਿ ਨਹੀਂ। ਸਿਰਫ ਸਾਹਮਣੇ ਜੋ ਪਰਦੇ ਤੇ ਦਿਖਦਾ ਉਹੀ ਆਪਾਂ ਦੇਖਦੇ ਹਾਂ। ਆਈ ਸੰਗੀਤ ਦੇ ਨਾਲ ਹੁੰਦਾ। ਸੰਗਤ ਵਿੱਚ ਜਦੋਂ ਤੁਸੀਂ ਆਉਂਦੇ ਹੋ, ਜੇ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਸੁਣਦੇ ਹੋ, ਤੁਹਾਡਾ ਸੁਣਨ ਦੇ ਵਿੱਚ ਧਿਆਨ ਚਲਿਆ ਜਾਂਦਾ, ਤੇ ਤੁਹਾਨੂੰ ਇਹ ਜਿਹੜੇ ਸੁੱਖ ਨੇ, ਇਹ ਜਿਹੜੀ ਸ਼ਾਂਤੀ ਹੈ, ਇਹਦਾ ਆਉਣ ਦਾ ਕਾਰਨ ਕੀ ਆ? ਕੁਝ ਸਮੇਂ ਲਈ ਤੁਹਾਨੂੰ ਤੁਹਾਡੀ ਮੈਂ ਨਹੀਂ ਚੇਤੇ ਹੁੰਦੀ, ਆਪਦਾ ਆਪ ਆਪਾਂ ਭੁੱਲ ਜਾਂਦੇ ਹਾਂ। ਜਦੋਂ ਆਪਾਂ ਬਹੁਤ ਜਾਗ ਕੇ ਸੁਣਦੇ ਹਾਂ ਕਿਸੇ ਨੂੰ ਵੀ, ਕੋਈ ਵੀ ਮਹਾਂਪੁਰਸ਼ ਆ, ਕੋਈ ਵੀ ਰੱਬ ਦਾ ਪਿਆਰਾ, ਉਦੋਂ ਸਾਨੂੰ ਸਾਡੀ ਮੈਂ ਨਹੀਂ ਯਾਦ ਹੁੰਦੀ। ਮੈਂ ਦੇ ਵਿੱਚ ਹੀ ਚਿੰਤਾਵਾਂ ਨੇ, ਮੈਂ ਦੇ ਵਿੱਚ ਹੀ ਰੋਸੇ ਗਿਲੇ ਨੇ। ਜਦੋਂ ਤੁਸੀਂ ਆਪਣਾ ਆਪ ਭੁੱਲਦੇ ਹੋ, ਉਦੋਂ ਤੁਹਾਨੂੰ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ। ਸੰਗੀਤ ਨੂੰ ਕਿਉਂ ਸੁਣਦੇ ਨੇ ਜ਼ਿਆਦਾ ਬੱਚੇ? ਕਿਉਂ ਸੁਣਦੇ ਨੇ? ਉਹ ਗਾਣਿਆਂ ਨੂੰ ਸੁਣ ਸੁਣ ਕੇ ਆਪਦੀਆਂ ਚਿੰਤਾਵਾਂ ਨਹੀਂ ਯਾਦ ਰਹਿੰਦੀਆਂ ਉਹਨਾਂ ਨੂੰ, ਧਿਆਨ ਉੱਧਰ ਹੋ ਜਾਂਦਾ, ਮੈਂ ਭੁੱਲਦੀ ਹੈ। ਪਰ ਜੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਆਪਾਂ ਨੂੰ ਮੈਂ ਭੁੱਲਦੀ ਆ ਕੁਝ ਸਮੇਂ ਲਈ, ਕਿਸੇ ਨੂੰ 10 ਮਿੰਟ ਲਈ, ਕਿਸੇ ਨੂੰ ਅੱਧੇ ਘੰਟੇ ਲਈ। ਸ਼ਰਾਬੀ ਨੂੰ ਭੁੱਲਦੀ ਆ ਰਾਤ, ਸਾਰੀ ਰਾਤ ਉਹ ਪਿਆ ਰਹਿੰਦਾ। ਜਦੋਂ ਸਵੇਰੇ ਉੱਠਦਾ ਤੇ ਫਿਰ ਉਹ ਚਿੰਤਾਵਾਂ ਉਹਦੇ ਅੱਗੇ ਹੁੰਦੀਆਂ ਨੇ, ਫਿਰ ਉਹ ਫਿਰ ਦੁਬਾਰਾ ਸੇਵਨ ਕਰਕੇ ਸਿਹਤ ਖਰਾਬ, ਪੈਸੇ ਖਰਾਬ, ਜ਼ਿੰਦਗੀ ਖਰਾਬ ਕਰ ਲੈਂਦਾ। ਗੁਰੂ ਸਾਹਿਬ ਜੀ ਜੋ ਕਹਿ ਰਹੇ ਨੇ, ਉਹ ਇਹ ਕਹਿਣਾ ਚਾਹ ਰਹੇ ਨੇ ਕਿ ਇੱਕ ਇਹੋ ਜਿਹਾ ਵੀ ਸੁੱਖ ਆ
ਜਿਹਦੇ ਵਿੱਚ ਸਦਾ ਹੀ ਵਾਸਤੇ ਬੰਦੇ ਨੂੰ ਆਪਦੀ ਮੈਂ ਭੁੱਲੀ ਰਹਿੰਦੀ ਹੈ। ਵਾਰ-ਵਾਰ ਆਪਦੇ ਆਪ ਦਾ ਚੇਤਾ ਨਹੀਂ ਆਉਂਦਾ, ਖਿਆਲ ਹੀ ਨਹੀਂ ਆਉਂਦਾ। ਧਿਆਨ ਮੈਂ ਤੋਂ ਹਟ ਕੇ ਤੂੰ ਤੇ ਟਿਕ ਜਾਂਦਾ। ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਦੋਂ ਦਾ ਮੈਂ ਤੇਰਾ ਤੇਰਾ ਵਾਹਿਗੁਰੂ ਕਹਿਣ ਲੱਗਾ, ਉਦੋਂ ਦੀ ਮੇਰੀ ਮੈਂ ਉਹ ਮਿਟ ਗਈ। ਉਦੋਂ ਦੀ ਮੇਰੀ ਮੈਂ ਨਹੀਂ ਰਹੀ, ਉਦੋਂ ਮੈਂ ਤੂੰ ਹੋ ਗਿਆ। मैं तेरा ही रूप हो गया। जब आपा पर का मिट गया, जत देखो तत तू। जदों मेरा आपा भाव मिट गया, मेरी मैं मिट गई, मैं तेरा ही रूप हो गया। होया किवें? ऊठत बैठत हर हर ध्याइए, अन दिन सो कृत करिए। उठदे होए भी तेनू याद कीता, बहिंदियां भी तेनू याद कीता, सौंदियां भी तेनू याद कीता। सौण तो बाद जदों अख खुली, उदों भी तेनू याद कीता। पुछया सी राय बलार जी गुरु नानक साहिब जी दे नाल बहुत प्यार करदे सन। पुछया किसे ने, राय बलार जी ਪਹਿਲਾਂ ਤਾਂ ਤੁਹਾਡੇ ਚਿਹਰੇ ਤੇ ਅੱਜ ਤੱਕ ਇੰਨਾ ਨੂਰ ਅਸੀਂ ਦੇਖਿਆ ਨਹੀਂ। ਤੁਸੀਂ ਵੀ ਤਲਵੰਡੀ 'ਚ ਰਹਿੰਦੇ ਹੋ, ਅਸੀਂ ਵੀ ਰਾਏ ਭੋਏ ਦੀ ਤਲਵੰਡੀ 'ਚ ਰਹਿੰਦੇ ਹਾਂ। ਪਹਿਲਾਂ ਇਹੋ ਜਿਹਾ ਨੂਰ ਨਹੀਂ ਆਇਆ, ਇਹ ਕਿਵੇਂ ਆ ਗਿਆ? ਰਾਏ ਬਲਾਰ ਜੀ ਨੇ ਆਖਿਆ ਸੀ ਤੁਹਾਡੇ ਤੇ ਵੀ ਆ ਸਕਦਾ। ਕਿਵੇਂ ਆਵੇਗਾ ਸਾਡੇ ਤੇ? ਸੱਜਣਾ ਨੇ ਪੁੱਛਿਆ। ਕਹਿੰਦੇ ਕੁਝ ਕਰਨਾ ਪਵੇਗਾ। उद्यम की करना पवेगा जी दसो? आख्या सी मैं सो जाऊं नानक गुरु कहते कहते। मैं सो जाऊं नानक गुरु कहते कहते, खुले आँख मेरी गुरु कहते कहते। हबीब खुदा को खुदा जैसा समझा, खुदा मिल गया बस गुरु कहते कहते। ਕਹਿੰਦੇ ਮੈਂ ਸੋ ਜਾऊं ਨਾਨਕ ਗੁਰੂ ਕਹਤੇ ਕਹਤੇ। ਸੌਣ ਤੋਂ ਪਹਿਲਾਂ ਮੈਂ ਗੁਰੂ ਨਾਨਕ ਨੂੰ ਯਾਦ ਕਰਦਾ। ਖੁੱਲੇ ਆँਖ ਮੇਰੀ ਗੁਰੂ ਕਹਤੇ ਕਹਤੇ। ਜਦੋਂ ਮੇਰੀ ਅੱਖ ਖੁੱਲਦੀ ਆ ਤੇ ਉਦੋਂ ਵੀ ਮੈਂ ਗੁਰੂ ਨਾਨਕ ਜੀ ਨੂੰ ਯਾਦ ਕਰਦਾ। ਸੌਣ ਤੋਂ ਪਹਿਲਾਂ ਵੀ, ਜਦੋਂ ਅੱਖ ਖੁੱਲਦੀ, ਅੱਖ ਖੁੱਲਣ ਤੋਂ ਬਾਅਦ ਵੀ। ਹਬੀਬ ਖੁਦਾ ਕੋ ਖੁਦਾ ਜੈਸਾ ਸਮਝਾ। ਰੱਬ ਦੇ ਪਿਆਰਿਆਂ ਨੂੰ ਮੈਂ ਰੱਬ ਦੇ ਵਰਗਾ ਹੀ ਜਾਣਿਆ। ਹਬੀਬ ਹੁੰਦਾ ਮਿੱਤਰ, ਹਬੀਬ ਖੁਦਾ, ਖੁਦਾ ਦੇ ਮਿੱਤਰਾਂ ਨੂੰ, ਸੰਤਾਂ ਨੂੰ, ਸਾਧੂਆਂ ਨੂੰ ਮੈਂ ਰੱਬ ਦੇ ਸਮਾਨ ਜਾਣਿਆ। ਖੁਦਾ ਜੈਸਾ ਸਮਝਾ, ਖੁਦਾ ਮਿਲ ਗਿਆ ਗੁਰੂ ਕਹਤੇ ਕਹਤੇ। ਗੁਰੂ ਨੂੰ ਮੈਂ ਰੱਬ ਦੇ ਵਾਂਗ ਜਾਣਿਆ, ਗੁਰੂ ਨਾਨਕ ਨੂੰ। ਗੁਰੂ ਨਾਨਕ ਕਹਤਿਆਂ ਕਹਤਿਆਂ ਮੇਰੀ ਜ਼ਿੰਦਗੀ ਬਦਲ ਗਈ, ਨੂਰ ਆ ਗਿਆ। ਆਪਾਂ ਸੌਣ ਤੋਂ ਪਹਿਲਾਂ ਬਹੁਤ ਚਿੰਤਾਵਾਂ ਲੈ ਕੇ, ਰੋਸੇ ਲੈ ਕੇ, ਸ਼ਿਕਵੇ ਲੈ ਕੇ ਸੌਂਦੇ ਆ। ਜਦੋਂ ਅੱਖ ਖੁੱਲ੍ਹਦੀ ਆ ਸਵੇਰੇ, ਸ਼ਿਕਵੇ ਹੀ ਮੂਹਰੇ ਹੁੰਦੇ ਨੇ, ਚਿੰਤਾਵਾਂ ਹੀ ਮੂਹਰੇ ਹੁੰਦੀਆਂ ਨੇ। ਇੱਕ ਮਨੋਵਿਗਿਆਨੀ ਫੈਕਟ ਆ ਇਹ, ਜਿਹੜੀ ਚੀਜ਼ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਯਾਦ ਕਰਕੇ ਪਵੋਗੇ, ਸਵੇਰੇ ਜਦੋਂ ਅੱਖ ਖੁੱਲ੍ਹੇਗੀ ਉਹ ਸਾਹਮਣੇ ਹੋਵੇਗੀ ਤੁਹਾਡੇ। ਤੁਸੀਂ ਵੇਖ ਲੈਣਾ ਕਰਕੇ। ਜਿਹੜੀ ਚੀਜ਼ ਨੂੰ ਸੌਣ ਤੋਂ ਪਹਿਲਾਂ ਤੁਸੀਂ ਯਾਦ ਕਰੋਗੇ ਨਾ, ਜਦੋਂ ਅੱਖ ਖੁੱਲ੍ਹੇਗੀ ਸਵੇਰੇ, ਉਦੋਂ ਤੁਹਾਡੇ ਸਾਹਮਣੇ ਆ ਜਾਣੀ ਆ ਉਹ। ਜੇ ਤਾਂ ਗੁਰੂ ਨੂੰ ਯਾਦ ਕਰੋਗੇ ਤਾਂ ਗੁਰੂ ਹੋਵੇਗਾ ਅੱਖ ਖੁੱਲ੍ਹਦਿਆਂ ਸਾਰ। ਜੇ ਚਿੰਤਾਵਾਂ ਨੂੰ ਯਾਦ ਕਰੋਗੇ, ਚਿੰਤਾਵਾਂ ਤੁਹਾਡੇ ਅੱਗੇ ਹੋਣਗੀਆਂ। ਜਿਹਨੂੰ ਯਾਦ ਕਰੋਗੇ ਵੈਸੇ ਹੋ ਜਾਓਗੇ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੇ ਅਵਗੁਣ ਧੋਵੇ। ਸ਼ਾਇਦ ਹਜੇ ਇਨਸਾਨ ਨੂੰ ਪਤਾ ਨਹੀਂ ਇਹ ਗੱਲ ਦਾ ਕਿ ਜਿਹਨੂੰ ਆਪਾਂ ਸਾਰਾ ਦਿਨ ਯਾਦ ਕਰਦੇ ਹਾਂ ਨਾ, ਉਹਦੇ ਵਰਗੇ ਆਪਾਂ ਹੋਣਾ ਸ਼ੁਰੂ ਹੋ ਜਾਂਦੇ ਹਾਂ। ਆਪਾਂ ਯਾਦ ਕਿਹਨਾਂ ਨੂੰ ਕਰਦੇ ਹਾਂ? ਜਾਂ ਤਾਂ ਜੇ ਗੁਰਬਾਣੀ ਦੇ ਅਨੁਸਾਰ ਦੇਖੀਏ
ਜਾਂ ਤਾਂ ਆਪਾਂ ਨੂੰ ਚਿੰਤਾ ਹੁੰਦੀ ਆ ਲੰਘ ਚੁੱਕੇ ਸਮੇਂ ਦੀ, ਮੇਰੇ ਨਾਲ ਇਉਂ ਹੋਇਆ ਸੀ, ਉਹਦੀਆਂ ਯਾਦਾਂ ਹੁੰਦੀਆਂ ਨੇ। ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਹੁੰਦੀ ਆ, ਮੇਰੇ ਨਾਲ ਕਿਤੇ ਇਉਂ ਨਾ ਹੋ ਜੇ, ਮੇਰੇ ਨਾਲ ਕਿਤੇ ਇਉਂ ਹੋਵੇ ਹੀ ਨਾ, ਇਉਂ ਹੋਣਾ ਚਾਹੀਦਾ ਵਾ। ਇੱਦਾਂ ਦੀਆਂ ਚਿੰਤਾਵਾਂ ਹੁੰਦੀਆਂ ਨੇ ਇਨਸਾਨ ਦੇ ਅੰਦਰ। ਜਿਹਨੂੰ ਯਾਦ ਕਰੋਗੇ ਸਾਰਾ ਦਿਨ ਉਹੋ ਜਿਹੇ ਹੋ ਜਾਓਗੇ। ਇੱਕ ਸੇਵਾ ਹੁੰਦੀ ਆ ਹੱਥਾਂ ਪੈਰਾਂ ਨਾਲ ਕਰਨੀ, ਇੱਕ ਸੇਵਾ ਹੁੰਦੀ ਆ ਯਾਦਾਂ ਨਾਲ ਕਰਨੀ। ਜਿਹੜੀ ਯਾਦਾਂ ਨਾਲ ਕਰਨੀ ਆ ਸੇਵਾ, ਉਹ ਉੱਤਮ ਦੱਸੀ ਆ ਮਹਾਰਾਜ ਨੇ। ਤੁਸੀਂ ਕਿਹਨੂੰ ਯਾਦ ਕਰਦੇ ਹੋ ਸਾਰਾ ਦਿਨ, ਤੁਹਾਡੀ ਯਾਦ, ਤੁਹਾਡੀ ਸੁਰਤ ਉਹਦੀ ਸੇਵਾ ਕਰ ਰਹੀ ਆ ਜਿਹਨੂੰ ਤੁਸੀਂ ਯਾਦ ਕਰਦੇ ਹੋ। ਅਸਲ 'ਚ ਗੁਰਬਾਣੀ ਇਹ ਬਰੀਕ ਗੱਲ ਸਮਝਾ ਰਹੀ ਆ। ਕਹਿ ਰਹੇ ਨੇ ਜੇ ਤੁਸੀਂ ਸਾਰਾ ਦਿਨ ਧੀਆਂ ਪੁੱਤਰਾਂ ਨੂੰ ਯਾਦ ਕਰੋਗੇ ਨਾ, ਧੀਆਂ ਪੁੱਤਰ ਵੀ ਚਿੰਤਾ 'ਚ ਨੇ, ਉਹਨਾਂ ਨੂੰ ਯਾਦ ਕਰ ਕਰਕੇ ਤੁਸੀਂ ਵੀ ਚਿੰਤਾ 'ਚ ਹੋ ਜਾਓਗੇ। ਜੇ ਤੁਸੀਂ ਸਾਰਾ ਦਿਨ ਪੈਸੇ ਨੂੰ ਯਾਦ ਕਰੋਗੇ, ਤੁਹਾਡੀ ਸੋਚ ਕਾਗਜ਼ ਦੇ ਨੋਟ ਤੋਂ ਵੱਡੀ ਨਹੀਂ ਹੋਵੇਗੀ, ਕਦੇ ਸੁੰਗੜ ਕੇ ਕਾਗਜ਼ ਜਿੱਡੀ ਰਹਿ ਜਾਏਗੀ, ਨੋਟ ਜਿੱਡੀ ਹੋ ਜਾਏਗੀ। ਕਾਗਜ਼ ਦੇ ਨੋਟ ਜਿੱਡੀ ਤੁਹਾਡੀ ਥਿੰਕਿੰਗ ਆ, ਜਿਹੜੀ ਤੁਹਾਡੀ ਸੋਚਣੀਆਂ ਹੋ ਜਾਵੇਗੀ, ਵਧੇਗੀ ਨਹੀਂ ਉਦੋਂ। ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਉੱਠਦੇ ਸਮੇਂ ਵੀ, ਬਹਿੰਦਿਆਂ ਸਮੇਂ ਵੀ, ਖਾਂਦਿਆਂ ਸਮੇਂ ਵੀ, ਸੌਣ ਤੋਂ ਪਹਿਲਾਂ ਵੀ ਤੇ ਸੌਣ ਤੋਂ ਬਾਅਦ ਅੱਖ ਖੁੱਲ੍ਹਣ ਸਾਰ ਉਹ ਵਾਹਿਗੁਰੂ ਨੂੰ ਯਾਦ ਕਰਨਾ ਬਣਦਾ। ਕਿਉਂ? ਕੁਐਸਚਨ ਮਾਰਕ ਆ ਵੀ ਕਿਉਂ? ਕੀ ਉਹਨੂੰ ਲੋੜ ਆ? ਉਹਨੂੰ ਲੋੜ ਆ ਕੋਈ ਉਹਨੂੰ ਵੱਡਾ ਵੱਡਾ ਕਹੇ? ਕੀ ਉਹਨੂੰ ਕੋਈ ਫਰਕ ਪੈ ਜਾਊਗਾ ਜੇ ਆਪਾਂ ਉੱਚਾ ਉੱਚਾ ਕਹਾਂਗੇ? ਜਿਵੇਂ ਬੰਦੇ ਨੂੰ ਆਪਾਂ ਕਹਿ ਦਈਏ ਤੁਹਾਡੇ ਜੈਸਾ ਕੋਈ ਵਿਦਵਾਨ ਨਹੀਂ, ਉਹ ਖੁਸ਼ ਹੋ ਜਾਂਦਾ। ਕਿ ਉਹਨੂੰ ਫਰਕ ਪਵੇਗਾ? ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਆ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਤੁਸੀਂ ਸਾਰੇ ਮਿਲ ਕੇ ਰੱਬ ਨੂੰ ਵੱਡਾ ਵੱਡਾ ਵੀ ਕਹਿ ਦੋਗੇ ਨਾ, ਗੁਰਬਾਣੀ ਕਹਿੰਦੀ ਆਪਾਂ ਸਾਰੇ, ਉਹਨੇ ਵੱਡਾ ਹੀ ਰਹਿਣਾ। ਤੁਹਾਡੇ ਕਹਿਣ ਦੇ ਨਾਲ ਉਹਨੇ ਵੱਡਾ ਨਹੀਂ ਹੋਣਾ, ਹੈ ਹੀ ਵੱਡਾ। ਜੇ ਤੁਸੀਂ ਕਹਿ ਦੋਗੇ ਸਾਰੇ ਮਿਲ ਕੇ ਉਹ ਬਹੁਤ ਛੋਟਾ, ਹੈ ਹੀ ਨਹੀਂ, ਉਹ ਤਾਂ ਵੀ ਓਡਾ ਹੀ ਰਹਿਣਾ ਜਿੱਡਾ ਉਹ ਹੈ। ਸੂਰਜ ਨੂੰ ਕਹਿ ਦਿਓ ਸੂਰਜ ਤੂੰ ਰੋਸ਼ਨੀ ਨਹੀਂ ਕਰਦਾ, ਸੂਰਜ ਸੂਰਜ ਆ। ਸੂਰਜ ਨੂੰ ਕਹਿ ਦਿਓ ਤੇਰਾ ਬਹੁਤ ਪ੍ਰਕਾਸ਼ ਆ, ਬਹੁਤ ਜ਼ਿਆਦਾ, ਉਹਦਾ ਉਨਾ ਹੀ ਰਹਿਣਾ, ਵਧਣ ਨਹੀਂ ਲੱਗਾ। ਰੱਬ ਨੂੰ ਰੱਬ ਰੱਬ ਕਹਿਣ ਦੇ ਨਾਲ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਬੰਦਿਆ ਤੇਰੇ ਮਨ ਦੇ ਤਲ ਤੇ ਸ਼ਾਂਤੀ ਆਉਂਦੀ ਆ, ਤੈਨੂੰ ਟਿਕਾ ਆਉਂਦਾ। ਜੇ ਰੱਬ ਨੂੰ ਤਾਂਘ ਹੋਵੇ ਵੀ ਮੈਨੂੰ ਸਾਰੇ ਵੱਡਾ ਵੱਡਾ ਕਹੋ, ਫਿਰ ਰੱਬ ਤੇ ਬੰਦੇ 'ਚ ਫਰਕ ਕੀ ਰਹਿ ਗਿਆ? ਉਹ ਆਪਦੀ ਕਦੇ ਵੀ ਵਡਿਆਈ ਕਰਨਾ ਨਹੀਂ ਚਾਹੁੰਦਾ, ਖਿਆਲ ਕਰਨਾ। ਰੱਬ ਨੂੰ ਉੱਚਾ ਉੱਚਾ ਕਹਿਣ ਦੇ ਨਾਲ ਤੁਸੀਂ ਉੱਚੇ ਹੋਵੋਗੇ। ਰੱਬ ਨੂੰ ਸੁੱਚਾ ਸੁੱਚਾ ਕਹਿਣ ਦੇ ਨਾਲ ਤੁਸੀਂ ਸੁੱਚੇ ਹੋਵੋਗੇ ਅੰਦਰੋਂ। ਰੱਬ ਨੂੰ ਯਾਦ ਕਰ ਕਰਕੇ ਤੁਹਾਡਾ ਸੁਭਾਅ ਰੱਬ ਵਰਗਾ ਹੋ ਜਾਏਗਾ। ਜਿਹਨੂੰ ਅੱਜ ਤੱਕ ਆਪਾਂ ਯਾਦ ਕੀਤਾ ਉਹਦੇ ਜੈਸੇ ਹੋ ਗਏ ਆ। ਜੇ ਅੱਜ ਇੰਨੀਆਂ ਚਿੰਤਾਵਾਂ ਦੇ ਵਿੱਚ ਆ ਨਾ, ਤਾਂ ਉਹਨਾਂ ਨੂੰ ਯਾਦ ਕੀਤਾ ਸੀ, ਉਹਨਾਂ ਨੂੰ ਯਾਦ ਕਰਦੇ ਰਹੇ ਜਿਹੜੇ ਆਪ ਚਿੰਤਾ 'ਚ ਸਨ, ਉਹਨਾਂ ਨੂੰ ਯਾਦ ਕੀਤਾ। ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਵਾਹਿਗੁਰੂ ਨੂੰ ਰੋਜ਼ ਹੀ ਯਾਦ ਕਰਨਾ ਬਣਦਾ, ਕਿਉਂਕਿ ਜਿਹਦੇ ਵਰਗਾ ਤੁਸੀਂ ਹੋਣਾ ਚਾਹੁੰਦੇ ਹੋ ਨਾ, ਉਹਦੇ ਕੋਲ ਜਾ ਕੇ ਤੁਹਾਨੂੰ ਬੈਠਣਾ ਪਵੇਗਾ, ਸੁਣਨਾ ਪਵੇਗਾ, ਉਹਨੂੰ ਓਬਜ਼ਰਵ ਕਰਨਾ ਪਵੇਗਾ, ਦੇਖਣਾ ਪਵੇਗਾ। ਜਾਂ ਇਵੇਂ ਵੀ ਕਹਿ ਸਕਦੇ ਹਾਂ, ਇਨਸਾਨ ਉਹਦੇ ਕੋਲ ਹੀ ਜਾ ਕੇ ਬਹਿੰਦਾ ਜਿਹਦੇ ਵਰਗਾ ਉਹ ਹੋਣਾ ਚਾਹੁੰਦਾ।
ਤਾਂ ਤੁਸੀਂ ਜੇ ਗੁਰੂ ਜੈਸਾ ਸੁਭਾਅ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੁਰੂ ਕੋਲ ਆਉਣਾ ਪਵੇਗਾ, ਗੁਰੂ ਨੂੰ ਸੁਣਨਾ ਪਵੇਗਾ। ਦੇਖੋ, ਆਪਾਂ ਅੱਜ ਤੱਕ ਇਹੋ ਜਿਹੀ ਜ਼ਿੰਦਗੀ ਜਿਉਂ ਲਈ, ਚਿੰਤਾਵਾਂ ਤੋਂ ਸਿਵਾਏ ਆਪਾਂ ਕੁਝ ਨਹੀਂ ਖੱਟ ਪਾਏ ਹਾਂ, ਨਹੀਂ ਖੱਟਿਆ। ਬੰਦੇ ਦਾ ਚਿਹਰਾ ਦੱਸਦਾ ਵੀ ਇਹਨੇ ਪਾ ਕੇ ਵੀ ਕੁਝ ਨਹੀਂ ਪਾਇਆ। ਜਾਂਦੀ ਵਾਰ ਡਰਾਉਣਾ ਬਣਿਆ, ਹੱਥ ਨਾ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਏ, ਕਿੱਥੇ ਗਏ ਤੇਰੇ ਕਰਦੇ। ਇਹ ਵੀ ਪਤਾ ਵੀ ਆਈ ਹੋਣੀ ਆ। ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਹੜੇ ਆਪ ਚਿੰਤਾ 'ਚ ਨੇ, ਚੇਤੇ ਆਪਾਂ ਉਹਨਾਂ ਨੂੰ ਕਰਦੇ ਹਾਂ। ਯਾਦ ਆਪਾਂ ਉਹਨਾਂ ਨੂੰ ਨਹੀਂ ਕਰਦੇ ਜਿਹੜੇ ਆਪ ਟਿਕਾ 'ਚ ਨੇ। ਗੁਰੂ ਟਿਕਾ 'ਚ ਆ। ਗੁਰੂ ਅਰਜਨ ਦੇਵ ਜੀ ਸ਼ਾਂਤੀ 'ਚ ਨੇ। ਜੇ ਸਾਰਾ ਦਿਨ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਾਂਗੇ ਕੰਮ ਕਰਦਿਆਂ, ਇਹ ਨਹੀਂ ਕਿ ਕੰਮ ਨਹੀਂ ਕਰਨਾ, ਹਾਥ ਪਾਓ ਕਰ ਕਾਮ ਸਭ, ਹੱਥਾਂ ਨਾਲ ਕੰਮ ਕਰੋ, ਪੈਰਾਂ ਨਾਲ ਚੱਲੋ, ਜ਼ੁਬਾਨ ਦੇ ਨਾਲ ਗੁਰੂ ਅਰਜਨ ਦੇਵ ਜੀ ਕਹਿ ਦਿਓ, ਚੀਤ ਨਰੰਜਨ ਨਾਲ। ਜੇ ਸਾਰਾ ਦਿਨ ਗੁਰੂ ਅਰਜਨ ਦੇਵ ਜੀ ਦੀ ਯਾਦ ਆਵੇਗੀ ਨਾ, ਚਲੋ ਸਾਰਾ ਦਿਨ ਨਹੀਂ, ਕੁਝ ਪਲ ਯਾਦ ਕਰੋਗੇ ਨਾ, ਤਾਂ ਤੁਸੀਂ ਗੁਰੂ ਅਰਜਨ ਦੇਵ ਜੀ ਵਰਗਾ ਸੁਭਾਅ ਬਣਾਉਣਾ ਸ਼ੁਰੂ ਕਰ ਦਿਓਗੇ। ਤੁਹਾਨੂੰ ਫਰਕ ਨਹੀਂ ਪਵੇਗਾ ਕੌਣ ਕੀ ਕਹਿੰਦਾ। ਜੇ ਤੁਸੀਂ ਧੀਆਂ ਪੁੱਤਰਾਂ ਨੂੰ ਯਾਦ ਕਰਨਾ, ਪੈਸੇ ਨੂੰ ਯਾਦ ਕਰਨਾ, ਫਿਰ ਮਾੜਾ ਜਿਹਾ ਰੋੜਾ ਆਪਾਂ ਬਿਲਕੁਲ ਟੋਏ 'ਚ ਨਹੀਂ ਮਾਰਦੇ, ਪਾਣੀ 'ਚ ਉਛਲ ਜਾਂਦਾ। ਨਿੱਕੀ ਜੀ ਗੱਲ ਤੁਹਾਨੂੰ ਤੜਫੜਾ ਦੇਵੇਗੀ, ਅੰਦਰੋਂ ਡੁਲਾ ਦੇਵੇਗੀ। ਗੁਰੂ ਨੂੰ ਯਾਦ ਕਰਦਾ ਬੰਦਾ ਸਮੁੰਦਰ ਵਰਗਾ ਹੋ ਜਾਂਦਾ। ਸਮੁੰਦਰ 'ਚ ਵੱਟੀ ਮਾਰੋ, ਪੱਥਰ ਮਾਰੋ, ਫਰਕ ਨਹੀਂ ਪੈਂਦਾ। ਬਿਲਕੁਲ ਇਵੇਂ ਗੁਰੂ ਨੂੰ ਯਾਦ ਕਰੋਗੇ, ਗੁਰੂ ਜੈਸਾ ਸੁਭਾਅ ਬਣੇਗਾ ਤੁਹਾਡਾ। ਇਹ ਗੱਲ ਹੋਵੇਗੀ। ਧੀਆਂ ਪੁੱਤਰਾਂ ਨੂੰ ਸਾਰਾ ਦਿਨ ਯਾਦ ਕਰੋਗੇ, ਉਹ ਵੀ ਚਿੰਤਾ 'ਚ ਨੇ, ਤੁਸੀਂ ਵੀ ਚਿੰਤਾ 'ਚ ਹੋ ਜਾਓਗੇ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਹੋਏ ਨੇ, ਸ਼ਾਂਤੀ ਆ ਅੰਦਰ, ਦਿਲ ਦੇ ਵਿੱਚ ਸ਼ਾਂਤੀ ਆ, ਸਹਿਜ ਆ। ਗੁਰੂ ਨੂੰ ਯਾਦ ਕਰੋਗੇ ਤੇ ਗੁਰੂ ਜੈਸੇ ਹੋ ਜਾਓਗੇ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਦੇਖੋ, ਜਿਹੜੇ ਫਕੀਰ ਹੁੰਦੇ ਨੇ ਨਾ, ਰੱਬ ਦੇ ਪਿਆਰੇ, ਉਹਨਾਂ ਦਾ ਜਿਗਰਾ ਰੁੱਖਾਂ ਵਰਗਾ ਹੁੰਦਾ। ਗੁਰੂ ਦਾ ਦਿਲ ਜਿਹੜਾ ਹੁੰਦਾ ਨਾ, ਸੰਤਾਂ ਦਾ ਜਿਹੜਾ ਜਿਗਰਾ ਹੁੰਦਾ, ਦਰਵੇਸ਼ਾਂ ਦਾ, ਉਹ ਰੁੱਖ ਵਰਗਾ ਹੁੰਦਾ, ਦਰਖਤਾਂ ਵਰਗਾ ਹੁੰਦਾ। ਕਿਵੇਂ? ਮਹਾਤਮਾ ਬੁੱਧ ਜੀ ਸਨ, ਉਹਨਾਂ ਦੇ ਕੋਲ ਕੋਈ ਸੱਜਣ ਚੱਲ ਕੇ ਆਇਆ, ਆ ਕੇ ਕਹਿਣ ਲੱਗਾ, ਨਾ ਫਕੀਰ ਜੀ, ਤੁਸੀਂ ਸੰਤ ਹੋ, ਬੁੱਧ ਹੋ, ਮੇਰੇ ਕੁਝ ਜ਼ਿੰਦਗੀ ਦੇ ਸਵਾਲ ਨੇ, ਮੈਂ ਤੁਹਾਡੇ ਨਾਲ ਸਾਂਝੇ ਕਰਨਾ ਹੈ। ਕਹਿੰਦੇ ਦੱਸੋ। ਕਹਿੰਦੇ ਜਦੋਂ ਮੈਂ ਬਚਪਨ 'ਚ ਸੀ ਨਾ, ਛੋਟਾ ਸੀ, ਉਦੋਂ ਮੈਨੂੰ ਇਹ ਲੱਗਾ ਵੀ ਮੈਂ ਅਜੇ ਸੰਤੁਸ਼ਟ ਨਹੀਂ ਹਾਂ, ਮੈਂ ਵੱਡਾ ਹੋ ਜਾ, ਫਿਰ ਸਭ ਕੁਝ ਮੇਰਾ ਠੀਕ ਹੋ ਜਾਏਗਾ, ਸੰਤੁਸ਼ਟ ਹੋ ਜਾਊਂਗਾ। ਕਹਿੰਦੇ ਬਚਪਨ ਅਵਸਥਾ ਲੰਘ ਗਈ, ਪ੍ਰਕਿਰਤੀ ਨੇ ਮੇਰੇ ਸਰੀਰ ਦਾ ਆਕਾਰ ਵੱਡਾ ਕਰ ਦਿੱਤਾ, ਮੈਂ ਜਵਾਨ ਹੋ ਗਿਆ। ਕਹਿੰਦੇ ਜਵਾਨ ਹੋਣ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਨਹੀਂ, ਅਜੇ ਵੀ ਸੰਤੁਸ਼ਟੀ ਨਹੀਂ ਹੈਗੀ ਮੈਨੂੰ। ਇਉਂ ਲੱਗਦਾ ਵੀ ਮੈਨੂੰ ਵਿਆਹ ਕਰਵਾ ਲੈਣਾ ਚਾਹੀਦਾ। ਉਹਨੂੰ ਸੀ ਵੀ ਵਿਆਹ ਕਰਾ ਕੇ ਬੰਦੇ ਸਹਿਜ ਹੋ ਜਾਂਦੇ ਨੇ, ਸੰਤੁਸ਼ਟ ਹੋ ਜਾਂਦੇ ਨੇ। ਉਹ ਕਹਿੰਦਾ ਮੈਂ ਵੀ ਕਰਵਾ ਲਿਆ। ਵਿਆਹ ਕਰਵਾਉਣ ਤੋਂ ਬਾਅਦ ਪਤਾ ਲੱਗਾ ਵੀ ਇਹਦੇ ਵਿੱਚ ਵੀ ਮੈਨੂੰ ਅਜੇ ਸੰਤੁਸ਼ਟੀ ਨਹੀਂ। ਉਹਦੇ ਲਈ ਧੀਆਂ ਪੁੱਤਰ ਦੀ ਦਾਤ ਉਹ ਹੋਣੀ ਚਾਹੀਦੀ ਆ। ਸਮਾਂ ਪਾ ਕੇ ਕਹਿੰਦਾ ਮੇਰੇ ਘਰੇ ਇੱਕ ਪੁੱਤਰ ਨੇ ਜਨਮ ਲਿਆ। ਬੁੱਧ ਜੀ ਮੈਨੂੰ ਪੁੱਤਰ ਦੀ ਦਾਤ ਅਕਾਲ ਵਾਹਿਗੁਰੂ ਨੇ ਦੇ ਦਿੱਤੀ, ਤੇ ਬਾਅਦ 'ਚ ਮੈਨੂੰ ਲੱਗਾ ਵੀ ਹੁਣ ਸਭ ਕੁਝ ਠੀਕ ਹੋ ਜਾਊਗਾ, ਹੁਣ ਕੋਈ ਕੰਮ ਕਰਨ ਵਾਲਾ ਨਹੀਂ ਰਹਿ ਗਿਆ। ਕਹਿੰਦੇ ਬਾਅਦ 'ਚ ਪਤਾ ਲੱਗਾ ਵੀ ਉਹਨਾਂ ਦੀ ਸ਼ਾਦੀ ਵੀ ਕਰਨੀ ਆ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸੈਟਲ ਵੀ ਕਰਨਾ, ਕਰ ਦਿੱਤਾ, ਪੋਤੇ ਵੀ ਹੋ ਗਏ, ਪਰ ਫਿਰ ਵੀ ਇਹੋ ਜਿਹੀ ਚੀਜ਼ ਅਜੇ ਪਈ ਆ, ਟਿਕਾ ਨਹੀਂ ਆਇਆ। ਤੇ ਥੋੜ੍ਹਾ ਦਿਨ ਹੋਏ
मेरी पत्नी गुजर गई। थोड़े दिन पहला मेरी पत्नी अकाल चलाना कर गई, चढ़ाई कर गई, ते हुण मैनूं डर लगा पिया भी किते मैं भी ना इउं मर जावां असंतुष्ट। मैं संतुष्टि दे विच मरना चाहुंदा। ये क्यों होया, की कारण? महात्मा बुद्ध जी वो सज्जण नूं एक दरख्त दे कोले लै गए, जिहड़ा बहुत वड्डा सी, विशाल, जिहनूं फल लगे होए सन। कहंदे देख इहदे वल, गौर दे ना वेख। जदों ये निक्का सी ना बीज, ਇਹਨੇ कदे सोचिया नहीं होना भी मैं पौधा बनूंगा, पुंगरूंगा, सोचिया नहीं होना। जदों ये पौधा बनिया उदों बाद ਇਹਨੇ कदे सोचिया नहीं सी मैं दरख्त बन जूंगा। जदों ये दरख्त बनिया ਇਹਨੇ सोचिया नहीं होना भी मैनूं फल लगणगे, अनेकां लोग ਇਹਦੀ ਛਾਂ के बैठणगे, अनेकां लोग ਇਹਦੇ फल खाणगे। ਇਹਨੇ सोचिया नहीं होना जदों ये बीज सी। ये तेरी कहानी आ। कहण लगे वेख ये दरख्त ने जो इनू मिलिया प्रकृति दे वल्लों, परमेश्वर दे वल्लों, इन्हें सहज स्वीकार किया। जे इनू उन्हें पौधा बनाता, इन्हें स्वीकार किया। जे ये दरख्त बनिया, इनू फल लगे, स्वीकार कर लिया। इन्हें होर होर दी तमन्ना नहीं लाई। जिन्नी इनू रोशनी मिलती सी सूरज वल्लों, इन्हें उन्नी लई। इन्हें नहीं आख्या कि मैनू होर चाहिदी आ, होर चाहिदी आ। जिदन हवा वगी इधर उधर ये लहराया, कुछ पत्ते भी ये टुट के डिग पे झड़ गए। ये सहज इउं ही खड़ा रहा, बिल्कुल इउं ही खड़ा। तैनू इहदे वांग बनना पवेगा जे तू सुखी होना चाहुंदा। जो तैनू मिलिया होया ਉਹਦੇ ਵਿੱਚ ਤੈਨੂੰ ਸਹਿਜ ਰੱਖਣਾ ਪਵੇਗਾ। ਜਿਵੇਂ ਦਰਖਤ ਹੁੰਦੇ ਨੇ, ਤੁਸੀਂ ਪਾਣੀ ਪਾ ਦਿਓ ਤਾਂ ਵੀ ਠੀਕ, ਨਹੀਂ ਪਾ ਦਿਓ ਤਾਂ ਵੀ ਖੜੇ ਨੇ। ਇਹੀ ਸੁਭਾਅ ਨਾ ਉਹਨਾਂ ਦਾ। ਉਹਨਾਂ ਨੂੰ ਰੌਸ਼ਨੀ ਮਿਲ ਰਹੀ ਆ, ਨਹੀਂ ਮਿਲ ਰਹੀ ਤਾਂ ਵੀ ਖੜੇ ਨੇ। ਕਹਿੰਦੇ ਸਹਿਜ ਦੇ ਵਿੱਚ ਮੁੱਕੇਗਾ। ਇਹ ਵੀ ਇਹ ਨਹੀਂ ਕਹਿੰਦਾ ਮੈਂ ਖਤਮ ਨਹੀਂ ਹੋਵੇਗਾ। ਬੁੱਧ ਜੀ ਕਹਿੰਦੇ ਦਰਖਤ ਵੀ ਇੱਕ ਦਿਨ ਨਹੀਂ ਰਹੇਗਾ, ਇਹਦੀ ਵੀ ਬੁਨਿਆਦ ਆ। पर तू ये वेख भी ये सहज किन्ना इहदे विच, टिका किन्ना। जो इनू मिल जाता, कोई पानी पा दिंदा तां भी ठीक, नहीं पाया तो तां भी खड़ा वा। जिन्नी सूरज ने रोशनी देती तां भी ठीक, जे ना भी मिली तां भी खड़ा। जे किसी ने आके फल भी इहदे तोड़ ले तां भी इहने कुछ नहीं कहना। जे टुट के पक के डिग पे फिर और गल आ। जे कच्चे भी तोड़ ले ने तां भी नहीं कहना। तैनू जिंदगी विच शांति बनाउण लई थोड़ा जिहा रुखां वर्गा जिगरा करना पवेगा। फरीद जी की कह रहे ने, बिल्कुल यही गल जो महात्मा बुद्ध जी ने कही, उही गल फरीद जी कह रहे ने। किवें आ सलोक, साहिब दी कर चाकरी फरीदा, साहिब दी कर चाकरी, दिल दी लाहे भरांद, दरवेशां नूं लोड़ीए रुखां दी जीरांद। कहंदे तू पहली गल आ, गुरु पातशाह जी कह रहे ने, संत का मार्ग धर्म की पौड़ी, को वड भागी पाए, कोट जन्म के किल विख नासे, हर चरणी चित लाए। उस्तत करो सदा प्रभ अपने, जिन पूरी कल राखी। साहिब दी कर चाकरी, तुसीं आपदे मालक दी, मालक कौन आ? गुरु साहिब। गुरु साहिब दे चाकर हो जो, हम चाकर गोविंद के, उहदे गोले बन जो। दिल दी लाहे भरांद, जिथे मालक रखदा उत्थे रहो, जिथे मालक रखदा उत्थे सहज ना रहो। जिथे भी उहने तुहानूं रखिया, जे तुहानूं बहुते पैसे दिते ने तां उहदे विच ही राजी हो जो। होर होर बहुत होर दी जगियासा ना रखो अंदर। कहण दा भाव आ भी मेहनत करो सहनशीलता दे नाल, निमर हो के, पर अंदर बहुत ज़्यादा तमा ना रखो भी इदां ये करना, धारना ना बनाओ। साहिब दी कर चाकरी,
ਦਿਲ ਦੀ ਲਾਹੇ ਭਰਾਂਦ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ। ਜੇ ਦਰਵੇਸ਼ ਬਣਨਾ ਫਿਰ ਰੁੱਖਾਂ ਵਾਂਗ ਹੋਣਾ ਪਵੇਗਾ, ਓਡਾ ਦਿਲ ਕਰਨਾ ਪਵੇਗਾ, ਓਡਾ ਜਿਗਰਾ ਕਰਨਾ ਪਵੇਗਾ। ਬਹੁਤ ਕੁਝ ਹੋਵੇਗਾ ਜ਼ਿੰਦਗੀ 'ਚ। ਜ਼ਿੰਦਗੀ ਵਿੱਚ ਬੜਾ ਕੁਝ ਹੁੰਦਾ, ਘਾਟੇ ਵੀ ਪੈਂਦੇ ਨੇ, ਬਹੁਤ ਕਈ ਵਾਰੀ ਲਾਭ ਵੀ ਹੋ ਜਾਂਦਾ। ਤੇਰੇ ਨਾਲ ਵੀ ਹੋਵੇਗਾ, ਇਹ ਇਕੱਲੇ ਦੀ ਕਹਾਣੀ ਨਹੀਂ ਹੁੰਦੀ, ਹਰ ਨਾਲ ਹੀ ਇਵੇਂ ਹੁੰਦਾ। ਪਰ ਰੁੱਖਾਂ ਦੇ ਵਾਂਗ ਤੈਨੂੰ ਸਹਿਜ ਟਿਕਾ ਰੱਖਣਾ ਪਵੇਗਾ। ਕਦੇ ਧਿਆਨ ਨਾਲ ਵੇਖਣਾ। ਫਰੀਦ ਸਾਹਿਬ ਜੀ ਕਹਿੰਦੇ ਦਰਖਤਾਂ ਨੂੰ ਕੱਚਾ ਫਲ ਵੀ ਤੁਸੀਂ ਤੋੜੋਗੇ ਖੜੇ ਨੇ। ਉਹਨੂੰ ਕਿੰਨਾ ਘਾਟਾ ਪੈਂਦਾ ਹੋਵੇਗਾ ਜਦੋਂ ਹਨੇਰੀ ਆਉਂਦੀ ਆ ਤੇ ਉਹਦੇ ਪੱਤੇ ਡਿੱਗਦੇ ਨੇ, ਉਹਦੇ ਲਈ ਤਾਂ ਘਾਟਾ ਹੀ ਆ ਨਾ। ਜਦੋਂ ਪੱਤਝੜ ਆਉਂਦੀ ਆ ਤੇ ਉਦੋਂ ਇੱਕ ਵੀ ਪੱਤਾ ਨਹੀਂ ਰਹਿੰਦਾ, ਬਾਅਦ ਵਿੱਚ ਨਵੇਂ ਪੱਤੇ ਆਉਂਦੇ ਨੇ। ਇੱਦਾਂ ਹੀ ਫਰੀਦ ਸਾਹਿਬ ਜੀ ਕਹਿੰਦੇ ਨੇ ਇਨਸਾਨ ਤੇਰੇ ਤੇ ਵੀ ਪੱਤਝੜ ਆਵੇਗੀ, ਤੂੰ ਸਾਹਿਬ ਤੇ ਆਸਰਾ ਰੱਖੀ, ਡੋਲੀ ਨਾ। ਜਿਵੇਂ ਕਹਿੰਦੇ ਰੁੱਖਾਂ ਤੇ ਪੱਤਝੜ ਆਉਂਦੀ ਆ, ਇੱਕ ਵੀ ਪੱਤਾ ਨਹੀਂ ਹੁੰਦਾ। ਫਿਰ ਬਸੰਤ ਆਉਂਦੀ ਆ, ਸਪਰਿੰਗ ਸੀਜ਼ਨ ਆਉਂਦਾ ਤੇ ਪੱਤੇ ਆ ਜਿਹੜੇ ਨਿਕਲਦੇ ਨੇ, ਨਵੀਆਂ ਟਾਹਣੀਆਂ ਆਉਂਦੀਆਂ ਨੇ। ਤੇਰੇ ਤੇ ਵੀ ਜੇਕਰ ਕੋਈ ਪੱਤਝੜ ਆਈ ਨਾ, ਡੋਲੀ ਨਾ, ਇਹ ਸਦਾ ਨਹੀਂ ਰਹੇਗੀ। ਇੱਕ ਫਕੀਰ ਸੀ, ਉਹਨਾਂ ਦੇ ਕੋਲ ਕੋਈ ਗਿਆ ਚੱਲ ਕੇ, ਕਹਿੰਦਾ ਜੀ ਜ਼ਿੰਦਗੀ ਨੂੰ ਜਿਉਣ ਦਾ ਸਭ ਤੋਂ ਆਸਾਨ ਢੰਗ ਕੀ ਆ, ਮੈਨੂੰ ਦੱਸੋ ਕੁਝ ਚੰਦ ਲਫ਼ਜ਼ਾਂ ਦੇ ਵਿੱਚ ਵੀ ਜ਼ਿੰਦਗੀ ਕਿਵੇਂ ਜਿਉਈ ਜਾਂਦੀ ਆ। ਜਦੋਂ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਹੁੰਦੀਆਂ ਨੇ, ਬੜੀਆਂ ਗਮੀਆਂ ਹੁੰਦੀਆਂ ਨੇ, ਇਹਨੂੰ ਕਿਵੇਂ ਲੈਣਾ ਚਾਹੀਦਾ, ਕਿਹੜਾ ਢੰਗ ਆ। ਉਹਨਾਂ ਨੇ ਇੱਕ ਕਲਮ ਚੁੱਕੀ, ਦੁਆਤ ਦੇ ਵਿੱਚ ਡੁਬੋ ਕੇ ਲਿਖਿਆ, ਇਹ ਦਿਨ ਸਦਾ ਨਹੀਂ ਰਹਿਣਗੇ। ਉਹ ਪਰਚੀ ਉਸ ਸੱਜਣ ਦੇ ਹੱਥ ਵਿੱਚ ਦੇ ਕੇ ਕਹਿੰਦੇ ਨਾ, ਜਦੋਂ ਤੇਰੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਹੋਣ, ਬਹੁਤ ਜ਼ਿਆਦਾ, ਇਹਨੂੰ ਖੀਸੇ ਵਿੱਚ ਰੱਖੀ, ਜੋ ਮੈਂ ਲਿਖਿਆ ਕੱਢ ਕੇ ਇਹਨੂੰ ਪੜ੍ਹ ਲਈ। ਇਹ ਦਿਨ ਸਦਾ ਨਹੀਂ ਰਹਿਣਗੇ, ਪੈਰ ਨਾ ਛੱਡਦੀ ਉਦੋਂ। ਜੇ ਮਾਲਕ ਨੇ ਤੈਨੂੰ ਕੁਝ ਦੇ ਦਿੱਤਾ ਤਾਂ ਪੈਰ ਨਾ ਛੱਡ ਦੇਵੀਂ, ਇਹ ਪੜ੍ਹ ਲਈ, ਇਹ ਦਿਨ ਸਦਾ ਨਹੀਂ ਰਹਿਣਗੇ। ਇੰਨਾ ਚਾਅ ਨਾ ਕਰ ਜੀ, ਦੂਜਿਆਂ ਨੂੰ ਪੈਰਾਂ ਦੀ ਜੁੱਤੀ ਸਮਝੀ, ਜੇ ਕੁਝ ਦੇਤਾ ਤੈਨੂੰ ਮਾਲਕ ਨੇ। ਜੇ ਦੁੱਖ ਆ ਜੇ ਉਦਾਸ ਨਾ ਹੋਈ, ਨਿਰਾਸ਼ ਨਾ ਹੋਈ, ਆਹੀ ਗੱਲ ਫੇਰ ਪੜ੍ਹਦੀ, ਇਹ ਦਿਨ ਸਦਾ ਨਹੀਂ ਰਹਿਣਗੇ। ਪੱਤਝੜ ਆ ਜਿਹੜੀ ਚਲੀ ਜਾਵੇਗੀ, ਬਸੰਤ ਵੀ ਆਵੇਗੀ। ਇਹ ਇੱਕ ਅੱਖਰ ਹੀ ਆ, ਪਰਚੀ ਤੇ ਲਿਖਿਆ ਹੋਇਆ ਇੱਕ ਪੰਗਤੀ ਆ, ਜਿਹੜੀ ਦੁੱਖ 'ਚ ਵੀ ਤੇਰੇ ਕੰਮ ਆਵੇਗੀ, ਸੁੱਖ 'ਚ ਵੀ ਤੇਰੇ ਕੰਮ ਆਵੇਗੀ। ਗੁਰ ਪਾਤਸ਼ਾਹ ਜੀ ਇਹੀ ਤਾਂ ਕਹਿ ਰਹੇ ਨੇ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ। ਜੇ ਤੁਸੀਂ ਦਰਵੇਸ਼ ਹੋਣਾ ਲੋਚਦੇ ਹੋ ਨਾ, ਤੇ ਤੁਹਾਨੂੰ ਰੁੱਖਾਂ ਵਰਗਾ ਦਿਲ ਬਣਾਉਣਾ ਪਵੇਗਾ, ਦਰਖਤਾਂ ਵਰਗਾ ਜਿਗਰਾ ਬਣਾਉਣਾ ਪਵੇਗਾ, ਓਡਾ ਦਿਲ ਕਰਨਾ ਪਵੇਗਾ। ਪੱਤਝੜ ਵੀ ਉਹਨਾਂ ਤੇ ਆਉਂਦੀ ਆ, ਕੱਚੇ ਫਲ ਵੀ ਲੋਕ ਉਹਨਾਂ ਦੇ ਤੋੜਦੇ ਨੇ। ਬੱਚੇ ਕਈ ਵਾਰੀ ਟਾਹਣੀਆਂ ਵੈਸੇ ਹੀ ਪੱਤੇ ਤੋੜੀ ਜਾਂਦੇ ਨੇ, ਬੱਚਿਆਂ ਨੂੰ ਕੀ ਪਤਾ ਹੁੰਦਾ। ਕਈ ਵਾਰੀ ਇੰਨੀ ਹਨੇਰੀ ਆਉਂਦੀ ਆ, ਆਪਾਂ ਘਰਾਂ 'ਚ ਹੁੰਨੇ ਆ, ਕਈ ਵਾਰੀ ਜੜ੍ਹਾਂ ਤੋਂ ਪੱਟ ਦਿੰਦੀ ਆ ਦਰਖਤਾਂ ਨੂੰ। ਓਡਾ ਦਿਲ ਕਰਨਾ ਪਵੇਗਾ, ਫਿਰ ਤੁਸੀਂ ਫਕੀਰ ਹੋਵੋਗੇ। ਪਰ ਏਡਾ ਦਿਲ, ਏਡਾ ਜਿਗਰਾ, ਉਹਦੇ ਲਈ ਸ਼ਰਤ ਵੀ ਆ, ਸਾਹਿਬ ਦੀ ਕਰ ਚਾਕਰੀ। ਇਹ ਐਵੇਂ ਨਹੀਂ ਹੋਵੇਗਾ। ਤੁਹਾਨੂੰ ਤੇ ਲੱਗੀ ਆ ਤੇ ਤੁਸਾਂ ਪਿਆਸ ਬੁਝਾਉਣੀ ਆ ਤੇ ਤੁਹਾਨੂੰ ਪਾਣੀ ਪੀਣਾ ਪਊਗਾ ਨਾ, ਫਿਰ ਤੇ ਬੁਝੇਗੀ। ਤੁਸੀਂ ਦਿਲ ਵੱਡਾ ਕਰਨਾ ਚਾਹੁੰਦੇ ਹੋ, ਨਿੱਕੀ ਨਿੱਕੀ ਗੱਲ ਤੇ ਚਾਹੁੰਦੇ ਹੋ ਵੀ ਡੋਲੀਏ ਨਾ, ਉਹਦੇ ਲਈ ਸਾਹਿਬ ਦੀ ਕਰ ਚਾਕਰੀ, ਚਾਕਰੀ ਕਰਨੀ ਪਵੇਗੀ ਮਾਲਕ ਦੀ। ਤੇ ਫਿਰ ਤੁਹਾਨੂੰ ਬੋਧ ਹੋਵੇਗਾ ਵਾਕਈ ਗੁਰੂ ਨੂੰ ਵੱਡਾ ਵੱਡਾ ਕਹਿਣ ਦੇ ਨਾਲ ਗੁਰੂ ਨੂੰ ਕੋਈ ਫਰਕ ਨਹੀਂ ਪਿਆ, ਮੈਨੂੰ ਫਰਕ ਪਿਆ। ਮੇਰਾ ਦਿਲ ਵੱਡਾ ਹੋ ਗਿਆ, ਮੈਨੂੰ ਸ਼ਾਂਤੀ ਆਉਣ ਲੱਗ ਗਈ, ਮੈਨੂੰ ਟਿਕਾ ਆਉਣ ਲੱਗ ਗਿਆ। ਗੁਰੂ ਤਾਂ ਹੈ ਹੀ ਵੱਡਾ। ਗੁਰੂ ਨੂੰ ਤੁਸੀਂ ਵੱਡਾ ਕਹਿ ਦਿਓ, ਚਾਹੇ ਗੁਰੂ ਨੂੰ ਜਿਹੜੇ ਨਹੀਂ ਮੰਨਦੇ, ਗੁਰੂ ਨੂੰ ਕੋਈ ਫਰਕ ਨਹੀਂ ਇਹਦੇ ਨਾਲ।
ਗੁਰੂ ਦੁਆਰੇ ਆਉਣ ਦੇ ਨਾਲ ਗੁਰੂ ਨੂੰ ਕੋਈ ਫਰਕ ਨਹੀਂ, ਤੁਸੀਂ ਆਉਨੇ ਹੋ, ਤੁਹਾਨੂੰ ਫਰਕ ਪੈਣਾ। ਤੁਹਾਡੇ 'ਚ ਨਿਮਰਤਾ ਆਉਣੀ ਆ, ਤੁਹਾਡੇ 'ਚ ਸਹਿਜ ਆਉਣਾ। ਬਾਣੀ ਚਾਹੇ ਪੜ੍ਹੋ ਚਾਹੇ ਨਾ ਪੜ੍ਹੋ, ਗੁਰੂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਗੁਰੂ ਨੇ ਤਾਂ ਰਚ ਦਿੱਤੀ ਆ, ਗੁਰੂ ਨੇ ਤਾਂ ਤੁਹਾਨੂੰ ਸੌਗਾਤ ਦੇ ਦਿੱਤੀ ਆ। ਜੋ ਤੁਸੀਂ ਪੜ੍ਹੋਗੇ ਤੁਹਾਨੂੰ ਫਰਕ ਪਵੇਗਾ। ਗੁਰੂ ਨੇ ਸੰਗਤ ਬਣਾਈ, ਗੁਰੂ ਨੇ ਪੰਗਤ ਬਣਾਈ। ਪੰਗਤ ਦੇ ਅਰਥ ਸੀ ਪਿਆਰ, ਸੰਗਤ ਦੇ ਅਰਥ ਕੀ ਸੀ? ਇੱਕ ਵਾਹਿਗੁਰੂ ਦੀ ਗੱਲ। ਪੰਗਤ ਦੇ ਅਰਥ ਇਹ ਸੀ ਕਿ ਇੱਥੇ ਹੁਣ ਨਾ ਕੋਈ ਅਮੀਰ ਆ ਨਾ ਕੋਈ ਗਰੀਬ ਆ, ਆਪਾਂ ਇੱਕ ਆ, ਆਪਾਂ ਇੱਕ ਚਟਾਈ ਤੇ ਬੈਠੇ ਆ, ਇਹਨੂੰ ਪੰਗਤ ਆਖਿਆ। ਸੰਗਤ ਕੀ? ਜਿੱਥੇ ਇੱਕ ਦੀ ਹੀ ਗੱਲ ਹੁੰਦੀ ਆ, ਇੱਕ ਦੀਆਂ ਬਾਤਾਂ ਪਾਈਆਂ ਜਾਂਦੀਆਂ ਨੇ, ਇੱਕ ਦੇ ਨਾਲ ਹੀ ਜੋੜਨ ਦਾ ਯਤਨ ਕੀਤਾ ਜਾਂਦਾ, ਸੰਗਤ ਉਹਨੂੰ ਕਹਿੰਦੇ ਨੇ ਅਸਲ ਸੰਗਤ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਬਖਾਣੀਐ। ਜਿੱਥੇ ਇੱਕ ਵਾਹਿਗੁਰੂ ਦੀ ਗੱਲ ਹੀ ਹੁੰਦੀ ਆ, ਜਿੱਥੇ ਧੜਿਆਂ 'ਚ ਵੰਡਿਆਂ ਹੋਇਆਂ ਲੋਕਾਂ ਨੂੰ ਇੱਕ ਕਰਨ ਦਾ ਯਤਨ ਕੀਤਾ ਜਾਂਦਾ, ਇੱਕ ਦੀ ਗੱਲ ਸੁਣਾ ਸੁਣਾ ਕੇ, ਉਹਨੂੰ ਸੰਗਤ ਕਹਿੰਦੇ ਨੇ। ਕਥਾ ਵੀ ਉਹਨੂੰ ਕਹਿੰਦੇ ਨੇ ਜਿਹੜੀ ਇੱਕ ਕਰੇ, ਕੀਰਤਨ ਵੀ ਉਹਨੂੰ ਕਹਿੰਦੇ ਨੇ ਜਿਹੜਾ ਖਿੰਡਿਆਂ ਹੋਇਆਂ ਨੂੰ ਇੱਕ ਕਰੇ। ਗੁਰਬਾਣੀ ਵੀ ਉਹੀ ਆ ਜਿਹੜੀ ਖਿੰਡਿਆਂ ਹੋਇਆਂ ਨੂੰ ਇੱਕ ਕਰਦੀ ਆ। ਆਪਾਂ ਅਖੰਡ ਪਾਠ ਪ੍ਰਕਾਸ਼ ਕਰਵਾਉਂਦੇ ਆ ਨਾ, ਅਖੰਡ ਦੇ ਅਰਥ ਕੀ ਹੁੰਦੇ ਨੇ? ਖੰਡ ਆਪਾਂ ਘਰ ਦੇ ਵਿੱਚ ਲੈ ਕੇ ਆਉਂਦੇ ਆ, ਖੰਡ ਦੇ ਅਰਥ ਨੇ ਟੋਟੇ ਟੋਟੇ ਹੋਈ ਚੀਜ਼। ਉਹ ਟੋਟੇ ਟੋਟੇ ਨਹੀਂ ਹੋਈ ਪਈ ਹੁੰਦੀ, ਕਿੰਨੇ ਹਿੱਸੇ ਹੋਏ ਪਏ ਹੁੰਦੇ ਨੇ ਖੰਡ ਦੇ, ਕਿੰਨੇ ਧੜੇ ਹੁੰਦੇ ਨੇ ਖੰਡ ਦੇ, ਕਿੰਨੇ ਜ਼ਿਆਦਾ। ਅਖੰਡ ਦਾ ਮਤਲਬ ਹੁੰਦਾ ਅਖੰਡ, ਆੜਾ ਖੱਖਾ ਉੱਤੇ ਟਿੱਪੀ ਤੇ ਡੱਡਾ, ਅਖੰਡ। ਜਿਹੜੀ ਚੀਜ਼ ਟੁੱਟੀ ਹੋਈ ਨਹੀਂ, ਜੁੜੀ ਹੋਈ ਆ। 3 ਦਿਨ ਹੁਣ ਬਾਣੀ ਵਿੱਚੋਂ ਗਾਇਬ ਨਹੀਂ ਪੈਣਾ, ਲਗਾਤਾਰ ਪੜ੍ਹੀ ਜਾਵੇਗੀ। 48 ਘੰਟੇ ਲਗਾਤਾਰ ਬਾਣੀ ਪੜ੍ਹੀ ਜਾਵੇਗੀ। ਅਖੰਡ ਪਾਠ ਹੋ ਰਿਹਾ, ਇਹ ਹੁੰਦਾ। ਜਿਹੜੇ ਕਿਸੇ ਦਾ ਦੂਜੇ ਪਾਸੇ ਨੂੰ ਮੂੰਹ ਆ, ਕਿਸੇ ਦਾ ਖੱਬੇ ਕਿਸੇ ਦਾ ਸੱਜੇ, ਕੋਈ ਰੁੱਸਿਆ ਫਿਰਦਾ, ਕੋਈ ਸ਼ੰਕਿਆਂ 'ਚ ਆ, ਕੋਈ ਗਿਲਿਆਂ 'ਚ ਆ, ਕੋਈ ਭਰਮ 'ਚ ਆ, ਇਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਇੱਕ ਦੇ ਨਾਲ ਜੋੜਨਾ, ਇਹੀ ਗੁਰਬਾਣੀ ਨੇ ਕੀਤਾ। ਇਹੀ ਗੁਰਬਾਣੀ ਦੇ ਸਿਧਾਂਤ ਰਹੇ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ। ਸੋ ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਸਾਖੀ ਦੇ ਅਰਥ ਹੁੰਦੇ ਨੇ ਸਿੱਖਿਆ। ਜਦੋਂ ਆਪਾਂ ਗੁਰੂ ਦੀ ਸਿੱਖਿਆ ਲੈ ਲਈ, ਸਾਰੇ ਜੀ ਜੰਤ ਜਿੰਨੇ ਵੀ ਸਨ ਪਵਿੱਤਰ ਹੋ ਗਏ, ਪਾਵਨ ਹੋ ਗਏ, ਉਹਨਾਂ ਦੇ ਰੁੱਸੇ ਨਹੀਂ ਰਹੇ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਬੰਦੇ ਦੇ ਵਿਘਨ ਵੀ ਦੂਰ ਹੋ ਗਏ, ਬੰਦੇ ਦੇ ਕਲੇਸ਼ ਵੀ ਦੂਰ ਹੋ ਗਏ ਜਦੋਂ ਉਹਨੇ ਵਾਹਿਗੁਰੂ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਕਿਵੇਂ? ਜਿਹਨੂੰ ਯਾਦ ਕਰੋਗੇ ਸਾਰਾ ਦਿਨ, ਉਹੋ ਜੇ ਤੁਸੀਂ ਹੋ ਜਾਓਗੇ। ਜੇ ਤੇਜ਼ ਪ੍ਰਸ਼ਾਦਾ ਛਕੋਗੇ, ਕਾਲੀ ਆ ਜਾਏਗੀ ਤੁਹਾਡੇ 'ਚ। ਜੇ ਸਹਿਜ ਨਾ ਛਕੋਗੇ, ਸਹਿਜ ਆ ਜਾਏਗਾ। ਇਹ ਵੀ ਗੱਲ ਆ। ਜੈਸਾ ਖਾਈਏ ਅੰਨ ਤੈਸਾ ਹੋਏ ਮਨ। ਜਿਹਨੂੰ ਸਾਰਾ ਦਿਨ ਯਾਦ ਕਰੋਗੇ ਵੈਸੇ ਹੋ ਜਾਓਗੇ। ਜੇ ਤੁਸੀਂ ਚਿੰਤਾ 'ਚ ਰਹਿਣਾ ਚਾਹੁੰਦੇ ਹੋ ਤਾਂ ਆਪਦੇ ਸਾਰਾ ਦਿਨ ਕੰਮਾਂ ਨੂੰ ਯਾਦ ਕਰੀ ਚੱਲੋ, ਧੀਆਂ ਪੁੱਤਰਾਂ ਨੂੰ ਯਾਦ ਕਰੀ ਚੱਲੋ, ਉਹ ਚਿੰਤਾ 'ਚ ਨੇ, ਤੁਸੀਂ ਹੋ ਜਾਓਗੇ। ਜੇ ਤੁਸੀਂ ਸ਼ਾਂਤੀ 'ਚ ਰਹਿਣਾ ਚਾਹੁੰਦੇ ਹੋ ਤਾਂ ਗੁਰੂ ਸਦਾ ਹੀ ਸ਼ਾਂਤੀ 'ਚ ਆ। ਗੁਰੂ ਅਰਜਨ ਦੇਵ ਜੀ ਜਿੰਨੀ ਸ਼ਾਂਤੀ ਤੁਹਾਨੂੰ ਕਿਤੇ ਨਹੀਂ ਮਿਲਣੀ, ਜਿੱਥੇ ਮਰਜ਼ੀ ਚਲੇ ਜਾਓ। ਗੁਰੂ ਨੂੰ ਯਾਦ ਕਰੋਗੇ, ਸ਼ਾਂਤੀ ਆ ਜਾਏਗੀ। ਇਹ ਹੁਣ ਤੁਹਾਡੇ 'ਤੇ ਆ, ਤੁਸੀਂ ਸ਼ਾਂਤੀ ਲੈਣੀ ਆ। ਤੁਸੀਂ ਸ਼ਾਂਤੀ ਲੈਣੀ ਆ ਕਿ ਤੁਸੀਂ ਬਹੁਤ ਹੀ ਜ਼ਿਆਦਾ ਭਰਮਾਂ ਦੇ ਵਿੱਚ ਰਹਿਣਾ, ਅਸਹਿਜ ਰਹਿਣਾ ਕਿ ਸਹਿਜ ਰਹਿਣਾ, ਇਹ ਬੰਦੇ 'ਤੇ ਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਖੋਏ ਦੇ ਅਰਥ ਇੱਥੇ ਨੇ ਗਵਾਚ ਜਾਂਦੇ ਨੇ, ਪਾਪ ਲੱਭਦੇ ਨਹੀਂ,
ਲੱਭਦੇ ਨਹੀਂ। ਜਦੋਂ ਨਾਨਕ ਸੁਖ ਕਰ ਆਇਆ, ਜਦੋਂ ਹਿਰਦੇ ਵਿੱਚ ਉਹਦੀ ਯਾਦ ਆ ਜਾਂਦੀ ਆ, ਉਹਦੀ ਪ੍ਰੀਤ ਬਣ ਜਾਂਦੀ ਆ, ਫਿਰ ਤੁਸੀਂ ਰੱਬ ਦੇ ਪਿਆਰੇ ਬਣ ਜਾਂਦੇ ਹੋ। ਫਿਰ ਤੁਹਾਨੂੰ ਨਿੱਕੀ ਨਿੱਕੀ ਗੱਲ, ਨਿੱਕੀਆਂ ਨਿੱਕੀਆਂ ਸਮੱਸਿਆਵਾਂ ਤੁਹਾਨੂੰ ਤੰਗ ਨਹੀਂ ਕਰਦੀਆਂ, ਜਦੋਂ ਤੁਸੀਂ ਸਵੈ ਦੀ ਖੋਜ ਵਿੱਚ ਹੋ ਜਾਂਦੇ ਹੋ। ਇਸ ਪ੍ਰਕਾਰ ਇੱਕ ਮੁਸਲਮਾਨ ਵੀਰਾਂ ਦੇ ਵਿੱਚ, ਫਕੀਰਾਂ ਦੇ ਵਿੱਚ ਨਾ ਇੱਕ ਫਕੀਰ ਹੋਇਆ, ਹਸਨ ਸੀ ਉਹਦਾ ਨਾਂ, ਹਸਨ ਫਕੀਰ। ਇੱਕ ਫਕੀਰ ਹੋਇਆ ਤੇ ਇੱਕ ਫਕੀਰ ਹੋਈ ਰਾਬੀਆ, ਨਾਮ ਉਹਦਾ ਰਾਬੀਆ ਸੀ। ਰਾਬੀਆ ਥੋੜ੍ਹਾ ਇਉਂ ਹੁੰਦਾ, ਕਈ ਵਾਰੀ ਜਿਹੜੇ ਰੱਬ ਦੇ ਬਹੁਤ ਨੇੜੇ ਹੁੰਦੇ ਨਾ, ਦੁਨੀਆ ਲਈ ਉਹ ਝੱਲੇ ਹੁੰਦੇ ਨੇ। ਦੁਨੀਆ ਦੇ ਲੋਕਾਂ ਨੂੰ ਉਹ ਲੱਗ ਜਾਂਦਾ ਵੀ ਇਹ ਪਾਗਲ ਨੇ, ਇਹ ਝੱਲੇ ਨੇ। ਤਾਂ ਰਾਬੀਆ ਨੂੰ ਸਾਰੇ ਝੱਲੀ ਕਹਿੰਦੇ ਹੁੰਦੇ ਸੀ। ਇੱਕ ਦਿਨ ਘਰ ਦੇ ਬਾਹਰ ਨਾ ਕੁਝ ਲੱਭ ਰਹੀ ਆ। ਹਸਨ ਫਕੀਰ ਉੱਥੇ ਚੱਲ ਕੇ ਆਇਆ, ਪੁੱਛਿਆ, ਰਾਬੀਆ ਤੇਰਾ ਕੀ ਗਵਾਚ ਗਿਆ? ਤੂੰ ਮੇਰੇ ਵੱਲ ਦੇਖਿਆ ਤੱਕ ਨਹੀਂ, ਕੀ ਲੱਭ ਰਹੀ ਆ? ਉਹ ਕਹਿੰਦੀ ਕੱਪੜੇ ਸੀਣੇ ਆ ਤੇ ਸੂਈ ਗਵਾਚ ਗਈ, ਸੂਈ ਗੁੰਮ ਹੋ ਗਈ ਮੇਰੀ ਤੇ ਮੈਂ ਲੱਭ ਰਹੀ ਆ ਇੱਥੇ। ਕਹਿੰਦਾ ਸੂਈ ਬਹੁਤ ਬਰੀਕ ਹੁੰਦੀ ਆ, ਚੱਲ ਕੋਈ ਗੱਲ ਨਹੀਂ, ਨਮਾਜ਼ ਦਾ ਸਮਾਂ ਵੀ ਹੋਣ ਵਾਲਾ, ਮੈਂ ਤੇਰੇ ਨਾਲ ਲਵਾ ਦਿਆਂ, ਕੋਸ਼ਿਸ਼ ਕਰਦਾ। ਲੱਭਣ ਲੱਗ ਗਏ। ਅੱਧਾ ਕੁ ਘੰਟਾ ਉਹਨਾਂ ਨੇ ਲੱਭਿਆ, ਲੱਭੀ ਨਹੀਂ। ਫਿਰ ਪੁੱਛਿਆ, ਰਾਬੀਆ ਇਉਂ ਦੱਸ ਵੀ ਸੂਈ ਡਿੱਗੀ ਕਿੱਥੇ ਆ? ਕਿਉਂਕਿ ਆਪਾਂ ਨੂੰ ਪਤਾ ਹੁੰਦਾ ਨਾ ਵੀ ਕੰਮ ਕਰਦੇ ਆ, ਇੱਥੇ ਕਾਬਾ ਰੱਖੀ, ਅਖੀਰਲੀ ਵਾਰ ਤੂੰ ਕਿੱਥੇ ਦੇਖੀ ਜਾਂ ਕਿੱਥੇ ਡਿੱਗੀ? ਕਹਿੰਦੀ ਘਰ 'ਚ ਡਿੱਗੀ ਆ। ਬੜਾ ਹੈਰਾਨ ਹੋ ਕੇ ਦੇਖਿਆ, ਕਹਿੰਦਾ ਰਾਬੀਆ ਸੁਣਿਆ ਸੀ ਤੂੰ ਚੱਲੀ ਆ, ਸੁਣਿਆ ਸੀ ਲੋਕਾਂ ਤੋਂ, ਮੰਨਦਾ ਨਹੀਂ ਸੀ, ਅੱਜ ਵਾਕਈ ਪਤਾ ਲੱਗ ਗਿਆ, ਸੂਈ ਘਰ 'ਚ ਡਿੱਗੀ ਆ, ਲੱਭ ਤੂੰ ਬਾਹਰ ਨਹੀਂ ਆ। ਜਿੱਥੇ ਚੀਜ਼ ਗਵਾਚੀ ਹੋਵੇ ਨਾ, ਉੱਥੇ ਲੱਭੀ ਦੀ ਆ। ਉਹ ਜਗ੍ਹਾ 'ਤੇ ਲੱਭ ਗਈ ਤਾਂ ਮਿਲ ਜਾਂਦੀ ਆ, ਜੇ ਉਹ ਹੋਰ ਜਗ੍ਹਾ 'ਤੇ ਲੱਭੋਗੇ ਹੋਰ ਚੀਜ਼ਾਂ ਲੱਭ ਜਾਣਗੀਆਂ, ਉਹ ਨਹੀਂ ਲੱਭਣੀ। ਤੈਨੂੰ ਇੰਨੀ ਵੀ ਸਮਝ ਨਹੀਂ, ਜਿੱਥੇ ਚੀਜ਼ ਡਿੱਗੀ ਹੋਵੇ ਉੱਥੇ ਲੱਭੀ ਦੀ ਆ। ਰਾਬੀਆ ਕਹਿਣ ਲੱਗੀ, ਸੂਈ ਨੂੰ ਛੱਡ, ਸੂਈ ਲੱਭ ਜਾਵੇਗੀ, ਸੂਈ ਮੇਰੇ ਕੋਲ ਹੈ। ਇਹ ਤਾਂ ਤੈਨੂੰ ਸਮਝਾਉਣ ਲਈ ਮੈਂ ਕਹਿ ਰਹੀ ਹਾਂ। ਮੈਂ ਤੈਨੂੰ ਹਸਨ ਕਦੋਂ ਦੀ ਕਹਿ ਰਹੀ ਹਾਂ, ਬਾਹਰ ਟੋਲੇ ਸੋ ਭਰਮ ਭੁਲਾਹੀ, ਸਭ ਕਿਛ ਕਰ ਮੈਂ ਬਾਹਰ ਨਾਹੀ। ਮੈਂ ਵੀ ਤੈਨੂੰ ਕਹਿ ਰਹੀ ਹਾਂ ਨਾ ਕਦੋਂ ਦੀ, ਕਿ ਤੇਰੇ ਹਿਰਦੇ ਵਿੱਚ ਹੀ ਰੱਬ ਆ, ਤੇਰੇ ਅੰਦਰ ਹੀ ਰੱਬ ਆ, ਬਾਹਰ ਨਾ ਲੱਭਿਆ ਕਰ। ਜੇ ਹਿਰਦੇ 'ਚੋਂ ਲੱਭਿਆ ਤੈਨੂੰ ਤਾਂ ਸਾਰਿਆਂ 'ਚ ਦਿਖ ਪਏਗਾ, ਜੇ ਬਾਹਰ ਲੱਭੇਗਾ ਤਾਂ ਕਦੇ ਵੀ ਤੈਨੂੰ ਉਹਦੇ ਦੀਦਾਰ ਨਹੀਂ ਹੋਣਗੇ, ਕਦੇ ਵੀ ਦੀਦਾਰ ਨਹੀਂ ਹੋਣਗੇ। ਸੋ ਗੁਰ ਪਾਤਸ਼ਾਹ ਜੀ ਇਹ ਕਹਿ ਰਹੇ ਨੇ, ਹਰ ਇੱਕ ਇਨਸਾਨ ਦਾ ਜਿਹੜਾ ਦਿਲ ਆ ਉਹ ਗੁਰਦੁਆਰਾ ਵਾ। ਇੱਕ ਤਾਂ ਗੁਰਦੁਆਰਾ ਹੈ ਨਾ, ਇਹਦਾ ਆਪਾਂ ਸਤਿਕਾਰ ਕਰਨਾ, ਕਿਉਂਕਿ ਇਹ ਖਬਰ ਦਿੰਦਾ, ਇਹ ਖਬਰ ਦਿੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੀ। ਇਹ ਪਿਆਰ ਪਾਉਂਦਾ ਗੁਰੂ ਦੇ ਨਾਲ। ਇੱਥੇ ਗੁਰੂ ਸਾਹਿਬ ਪ੍ਰਕਾਸ਼ ਨੇ, ਇਹਦੀ ਆਪਦੀ ਸੋਭਾ, ਇਹਦੀ ਵੱਖਰੀ ਸ਼ਾਨ ਆ। ਹਰ ਇੱਕ ਬੰਦੇ ਦਾ ਦਿਲ ਗੁਰਦੁਆਰਾ, ਹਰ ਇੱਕ ਬੰਦੇ ਦਾ ਦਿਲ ਮਸੀਤ ਆ, ਹਰ ਇੱਕ ਬੰਦੇ ਦਾ ਦਿਲ ਜਿਹੜਾ ਮੰਦਰ ਆ, ਹਰ ਇੱਕ ਬੰਦੇ ਦਾ ਦਿਲ ਜਿਹੜਾ ਚਰਚ ਆ। ਕਦੇ ਢਾਹ ਨਾ ਦਿਓ। ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਤਾਂ। ਜੇ ਤੈਨੂੰ ਰੱਬ ਨੂੰ ਮਿਲਣ ਦੀ ਤਾਂਗਾ, ਭੁੱਲ ਕੇ ਵੀ ਕਦੇ ਕਿਸੇ ਦਾ ਦਿਲ ਨਾ ਢਾਹ ਦੀ। ਭੁੱਲ ਕੇ ਵੀ ਰੱਬ ਦਿਲਾਂ ਵਿੱਚ ਵਸਦਾ। ਢਾਏ ਹੋਏ ਮੰਦਰ, ਢਾਈਆਂ ਹੋਈਆਂ ਮਸੀਤਾਂ ਇੱਟਾਂ ਦੀਆਂ ਦੁਬਾਰਾ ਉਸਾਰੀਆਂ ਜਾ ਸਕਦੀਆਂ ਨੇ, ਬਣਦੀਆਂ ਨੇ, ਦੁਬਾਰਾ ਬਣਾ ਲਾਂਗੇ। ਜੇ ਦਿਲ ਢਾਤਾ ਇਹ ਮੁੜ ਕੇ ਨਹੀਂ ਬਣਦਾ, ਛੇਤੀ ਨਹੀਂ ਉਸਰਦਾ। ਭੁੱਲ ਕੇ ਕਦੇ ਕਿਸੇ ਦਾ ਦਿਲ ਨਾ ਢਾਹ ਦੀ। ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇਂ, ਈਮਾਂ ਕੀ ਹਰਾਰਤ ਵਾਲੋं ने। मन अपना पराना पापी है, बरसों से नमाजी बन न सका। इकबाल बड़ा उपदेशक है, मन मातों से मोह लेता है। गुफ्तार का गाजी जे बना, किरदार का गाजी बन न सका। मस्जिद बना बना के
ਸ਼ਾਇਰ ਕਹਿੰਦਾ, ਆਪਦੇ ਮਨ ਨੂੰ ਨਮਾਜੀ ਕਰੀ, ਆਪਦੇ ਮਨ 'ਚ ਪ੍ਰੀਤ ਲੈ ਕੇ ਆਵੀਂ। ਇਹ ਨਾ ਹੋਵੇ ਕੱਲੀਆਂ ਮਸਜਿਦਾਂ ਹੀ ਹੋਣ, ਗੁਰੂਦੁਆਰੇ ਦੀ ਇਮਾਰਤ ਹੀ ਹੋਵੇ, ਤੇਰੇ ਅੰਦਰ ਗੁਰਦੁਆਰਾ ਨਾ ਹੋਵੇ। ਇਹ ਨਾ ਹੋਵੇ ਤੂੰ ਬਾਣੀ ਪੜ੍ਹੀ ਚੱਲੀ, ਬਾਣੀ ਪੜ੍ਹੀ ਜਾਈ, ਪਰ ਤੇਰੇ ਅੰਦਰ ਉਹ ਹੋਵੇ ਹੀ ਨਾ ਜੋ ਬਾਣੀ ਕਹਿੰਦੀ ਆ। ਤਾਂ ਆਪਦੇ ਮਨ ਨੂੰ ਕੋਮਲਤਾ 'ਚ ਲੈ ਕੇ ਆ। ਬਰਸੋਂ ਸੇ ਨਮਾਜੀ ਬਨ ਨਾ ਸਕਾ, ਮਸਜਿਦ ਤੋਂ ਬਣਾ ਲਈ ਸ਼ਬ ਬਰਮੇ। ਇਹ ਨਾ ਹੋਵੇ ਕਹਿੰਦਾ ਤੂੰ ਮਸੀਤ ਤਾਂ ਬਣਾ ਲੈ, ਪਰ ਤੇਰੇ ਅੰਦਰ ਮਸੀਤ ਦਾ ਇੱਕ ਅੱਖਰ ਵੀ ਨਾ ਹੋਵੇ। ਇਹ ਨਾ ਹੋਵੇ ਗੁਰੂਦੁਆਰਾ ਆਲੀਸ਼ਾਨ ਹੋਵੇ ਤੇ ਸਿੱਖੋ ਤੁਸੀਂ ਅੰਦਰੋਂ ਕੱਚੇ ਹੋਵੋ। ਇਹ ਕਹਿ ਰਹੇ ਨੇ ਗੁਰੂ ਮਹਾਰਾਜ ਨੇ ਜੋ ਉਪਦੇਸ਼ ਦਿੱਤਾ, ਪੱਲੇ ਬੰਨ੍ਹ ਕੇ ਲੈ ਕੇ ਜਾਈਏ। ਸਾਹਿਬ ਜੀ ਸਾਡੇ ਤੇ ਕਿਰਪਾ ਕਰਨ। ਗੁਰੂ ਸਾਹਿਬ ਤੋਂ ਪਿਆਰ ਦਾ ਸੁਨੇਹਾ ਲੈ ਕੇ ਪਰਿਵਾਰ 'ਚ ਵੰਡੀਏ, ਨਿਰੰਕਾਰ ਤੋਂ ਲੈ ਕੇ ਸੁਨੇਹਾ ਸਮਾਜ 'ਚ ਵੰਡੀਏ। ਇਹਦੇ ਵਿੱਚ ਹੀ ਸਭ ਦਾ ਭਲਾ ਹੈ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਪ੍ਰਵਾਨ ਕਰੋ। ਭੁੱਲ ਚੁੱਕ ਦੀ ਖਿਮਾ। ਗੁਰੂ ਅਰਜਨ ਦੇਵ ਜੀ ਕੀ ਸ਼ਾਨ ਬੜੀ ਉੱਚੀ ਹੈ। ਬੋਲਦਿਆਂ ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਪਿਆਰੀ ਸਾਧ ਸੰਗਤ ਅਤੇ ਸਤਿਗੁਰੂ ਜੀ ਆਪ ਹੀ ਬਖਸ਼ ਲੈਣ ਜੀ। ਆਓ ਹੁਣ ਆਪਾਂ ਪਿਆਰ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ। ਵਾਹਿਗੁਰੂ 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 ਦੇਹੋ ਸੱਜਣ ਅਸੀਸੜੀਆਂ,
ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ,